ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਆਪਣਾ ਵਿਸ਼ਾ ਹੈ ਆਪਣੇ ਗੁਰੂ ਦੀ ਸੁਰਤ ਨਾਲ ਸੇਵਾ ਕਰਨੀ। ਆਪਣੇ ਗੁਰੂ ਦੀ ਸੁਰਤ ਨਾਲ ਸੇਵਾ ਕਰਨੀ। ਸੋ ਸਾਹਿਬ ਜੀ ਦਾ ਪਾਵਨ ਬਾਣੀ ਵਿੱਚ ਪਾਵਨ ਫਰਮਾਨ ਹੈ, ਸਫਲ ਜਨਮ ਹੋਵੇ ਪ੍ਰਵਾਨ, ਗੁਰ ਪਾਰ ਬ੍ਰਹਮ ਨਿਕਟ ਕਰ ਜਾਣ। ਜਿਸ ਦਾ ਭਾਵ ਹੈ ਕਿ ਇਸ ਜਗਤ ਉੱਤੇ ਉਸ ਮਨੁੱਖ ਦਾ ਹੀ ਜਨਮ ਸਫਲ ਮੰਨਿਆ ਜਾਂਦਾ ਹੈ ਜੋ ਆਪਣੇ ਗੁਰੂ ਪਰਮੇਸ਼ਰ ਨੂੰ ਅਤੇ ਪਾਰ ਬ੍ਰਹਮ ਪਰਮੇਸ਼ਰ ਨੂੰ ਹਰ ਵੇਲੇ ਆਪਣੇ ਆਸ-ਪਾਸ ਮਹਿਸੂਸ ਕਰਦਾ ਹੈ, ਜੋ ਪ੍ਰਤੱਖ ਤੌਰ ਉੱਤੇ ਅਤੇ ਆਪਣੀ ਸੁਰਤ ਤੇ ਧਿਆਨ ਰਾਹੀਂ ਆਪਣੇ ਗੁਰੂ ਦੀ ਖਾਣ ਪੀਣ ਦੀ ਅਤੇ ਕੱਪੜੇ ਵਸਤਰਾਂ ਰਾਹੀਂ ਜਾਂ ਹੋਰ ਕਈ ਤਰੀਕਿਆਂ ਨਾਲ ਸੇਵਾ ਕਰਦਾ ਹੈ। ਗੁਰਪਾਰ ਬ੍ਰਹਮ ਨਿਕਟ ਕਰ ਜਾਣ ਦਾ ਮਤਲਬ ਗਿਆ ਕਿ ਆਪਣੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਦਾ, ਹਰ ਥਾਂ ਤੇ ਹਾਜ਼ਰ ਨਾਜ਼ਰ ਸਮਝਦਾ, ਨੇੜੇ ਸਮਝਦਾ, ਖਾਣ ਪੀਣ ਵੇਲੇ ਵੀ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ, ਸੌਣ ਉੱਠਣ ਵੇਲੇ ਵੀ ਹਾਜ਼ਰ ਨਾਜ਼ਰ ਸਮਝਦਾ। ਸਤਿਗੁਰਾਂ ਜੀ ਦੀ ਪਾਵਨ ਬਾਣੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ, ਇਸ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਜਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਹਾਜ਼ਰ ਨਾਜ਼ਰ ਗੁਰ ਪਰਮੇਸ਼ਰ ਪਾਰ ਬ੍ਰਹਮ ਪਰਮੇਸ਼ਰ ਕਰਕੇ ਮੰਨਦਾ ਹੈ। ਐਸੇ ਮਨੁੱਖਾਂ ਦਾ ਹੀ ਜਨਮ ਸਫਲ ਹੈ ਤੇ ਉਹੀ ਪ੍ਰਵਾਨ ਮੰਨਿਆ ਜਾਂਦਾ। ਗੁਰੂ ਸਾਹਿਬ ਜੀ ਨੇ ਇੱਥੇ ਦੇਖੋ ਦੋ ਸ਼ਬਦ ਵਰਤੇ, ਕਹਿੰਦੇ ਸਫਲ ਜਨਮ ਹੋਵੇ ਪ੍ਰਵਾਨ। ਪ੍ਰਵਾਨ ਤੇ ਸਫਲ, ਹੁਣ ਜੇ ਸੋਚੀਏ ਆਪਾਂ ਦੋਵੇਂ ਦੇਖਣ ਦੇ ਵਿੱਚ ਇੱਕੋ ਹੀ ਚੀਜ਼ ਲੱਗਦੀ ਹੈ, ਇੱਕੋ ਹੀ ਸ਼ਬਦ ਲੱਗਦਾ, ਪਰ ਸਫਲ ਤੇ ਪ੍ਰਵਾਨ ਦੇ ਵਿੱਚ ਬਹੁਤ ਫਰਕ ਹੈ। ਸਫਲ ਤਾਂ ਆਪਣਾ ਜਨਮ ਬਹੁਤ ਲੋਕ ਕਰ ਜਾਂਦੇ ਆ, ਬਹੁਤ ਲੋਕ ਆਪਣਾ ਜਨਮ ਸਫਲ ਕਰ ਜਾਂਦੇ, ਰਾਜਨੀਤਿਕ ਤੌਰ ਤੇ, ਸੰਸਾਰੀ ਵਡਿਆਈਆਂ ਦੇ ਤੌਰ ਤੇ, ਪਰਿਵਾਰਕ ਤੌਰ ਤੇ, ਕਾਰੋਬਾਰ ਦੇ ਤੌਰ ਤੇ ਆਪਣਾ ਜਨਮ ਸਫਲ ਕਰ ਜਾਂਦੇ ਆ। ਪਰ ਪ੍ਰਵਾਨ ਕੋਈ ਕੋਈ ਹੁੰਦਾ ਹੈ। ਸਫਲ ਜਨਮ ਤਾਂ ਹੋ ਗਿਆ, ਪਰ ਪ੍ਰਵਾਨ ਕਿਸੇ ਕਿਸੇ ਦਾ ਹੁੰਦਾ ਹੈ। ਪ੍ਰਵਾਨ ਕਿਹਦਾ ਹੁੰਦਾ ਹੈ? ਜੋ ਪਾਰ ਬ੍ਰਹਮ ਪਰਮੇਸ਼ਰ ਨੂੰ, ਆਪਣੇ ਸਤਿਗੁਰੂ ਨੂੰ ਆਪਣੇ ਨੇੜੇ ਕਰਕੇ ਜਾਣਦਾ, ਹਰ ਥਾਂ ਤੇ, ਹਰ ਵੇਲੇ। ਸੋ ਪ੍ਰਤੱਖ ਤੌਰ ਤੇ ਆਪਣੇ ਗੁਰੂ ਦੀ ਸੁਰਤ ਰਾਹੀਂ ਸੇਵਾ ਕਰਦਾ ਹੈ, ਆਪਣੇ ਗੁਰੂ ਦੀ ਖਾਣ ਪੀਣ ਅਤੇ ਵਸਤਰਾਂ ਰਾਹੀਂ ਸੇਵਾ ਕਰਦਾ ਹੈ, ਜਾਂ ਹੋਰ ਕਈ ਤਰੀਕਿਆਂ ਨਾਲ ਸੇਵਾ ਕਰਦਾ ਹੈ। ਜਿਵੇਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਸ਼ਾਦੇ ਦਾ ਭੋਗ ਲਵਾਉਂਦੇ ਹਾਂ, ਜਾਂ ਰੁੱਤ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਕੰਬਲ, ਰਜਾਈ ਜਾਂ ਪੱਖੇ, ਏਸੀ ਦਾ ਇੰਤਜ਼ਾਮ ਕਰਦੇ ਹਾਂ, ਗੁਰੂ ਜੀ ਨੂੰ ਸੁੰਦਰ ਰੁਮਾਲੇ ਭੇਟ ਕਰਕੇ ਉਹਨਾਂ ਦੇ ਵਸਤਰਾਂ ਦਾ ਧਿਆਨ ਰੱਖਦੇ ਹਾਂ, ਅਤੇ ਆਪਣੇ ਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਆਪਣੇ ਆਪ ਉੱਤੇ ਇਸ ਤਰ੍ਹਾਂ ਮਾਣ ਮਹਿਸੂਸ ਕਰਦੇ ਹਾਂ। ਇਹ ਸਾਰੇ ਕਰਮ ਕਰਕੇ ਅਸੀਂ ਆਪਣੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਆਪਣੇ ਆਪ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸੇ ਤਰ੍ਹਾਂ ਹੀ ਜਿਵੇਂ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਸੁਰਤ ਨਾਲ ਹੀ ਵਸਤਰ ਭੇਟ ਕਰਨ ਦੀ ਸੇਵਾ ਕੀਤੀ, ਅਤੇ ਸੁਰਤ ਨਾਲ ਹੀ
ਗੁਰੂ ਅਮਰਦਾਸ ਜੀ ਨੂੰ ਅੰਬ ਛਕਾ ਦਿੱਤਾ। ਸੋ ਆਓ ਹੁਣ ਆਪਾਂ ਉਸ ਮਾਣ ਮੱਤੇ ਸੇਵਕ ਦੀ ਗਾਥਾ ਸਰਵਣ ਕਰਦੇ ਹਾਂ, ਜਿਸ ਨੇ ਸੁਰਤ ਨਾਲ ਹੀ ਆਪਣੇ ਪਿਆਰੇ ਗੁਰੂ ਜੀ ਨੂੰ ਵਸਤਰ ਵੀ ਪਹਿਨਾ ਦਿੱਤੇ ਅਤੇ ਫਲ ਵੀ ਛਕਾ ਦਿੱਤਾ, ਜਿਸ ਨੇ ਸੇਵਕ ਤੋਂ ਗੁਰੂ ਬਣਨ ਦੀ ਮਹਾਨ ਪਦਵੀ ਪ੍ਰਾਪਤ ਕੀਤੀ। ਉਹ ਕੌਣ ਸਨ? ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ। ਸੋ ਉਹਨਾਂ ਦੇ ਸੁਰਤ ਨਾਲ ਸੇਵਾ ਕਰਨ ਦਾ ਤਰੀਕਾ, ਉਹਨਾਂ ਦੀ ਸ਼ਰਧਾ ਭਾਵਨਾ ਆਪਾਂ ਹੁਣ ਸਰਵਣ ਕਰਦੇ ਹਾਂ। ਸੋ ਪਹਿਲਾ ਪ੍ਰਮਾਣ ਹੈ ਕਿ ਗੁਰੂ ਦੀ ਸੁਰਤ ਨਾਲ ਸੇਵਾ ਕਿਵੇਂ ਕਰੀਦੀ ਹੈ। ਗੁਰੂ ਦੀ ਸੁਰਤ ਨਾਲ ਸੇਵਾ ਕਰਨੀ ਪਹਿਲਾ ਪ੍ਰਮਾਣ। ਭਾਈ ਜੇਠਾ ਜੀ ਨੇ ਗੁਰੂ ਜੀ ਦੀ ਸੁਰਤ ਨਾਲ ਸੇਵਾ ਇਸ ਪ੍ਰਕਾਰ ਕੀਤੀ। ਗੁਰ ਇਤਿਹਾਸ ਸੂਰਜ ਪ੍ਰਕਾਸ਼ ਵਿੱਚ ਇੱਕ ਗਾਥਾ ਆਉਂਦੀ ਹੈ ਕਿ ਜਦੋਂ ਗੁਰੂ ਘਰ ਦੇ ਵਿਰੋਧੀਆਂ ਨੇ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਗੁਰੂ ਘਰ ਦੀ ਮਰਜ਼ਾਦਾ ਦੇ ਵਿਰੁੱਧ ਸ਼ਿਕਾਇਤ ਕੀਤੀ, ਤਾਂ ਅਕਬਰ ਬਾਦਸ਼ਾਹ ਨੇ ਗੁਰੂ ਘਰ ਦੀ ਰੀਤੀ ਨੂੰ ਸਹੀ ਅਤੇ ਦਰੁਸਤ ਸਿੱਧ ਕਰਨ ਵਾਸਤੇ ਗੁਰੂ ਜੀ ਨੂੰ ਬੁਲਾਵਾ ਭੇਜਿਆ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਲਾਹੌਰ ਵਿੱਚ ਜਾਣ ਵਾਸਤੇ ਤਿਆਰ ਕੀਤਾ। ਉਸ ਸਮੇਂ ਗੁਰੂ ਰਾਮਦਾਸ ਜੀ ਹਾਲੀ ਗੁਰਤਾ ਉੱਪਰ ਨਹੀਂ ਬੈਠੇ ਸਨ ਅਤੇ ਗੁਰਤਾ ਤੋਂ ਪਹਿਲੇ ਉਹਨਾਂ ਨੂੰ ਭਾਈ ਜੇਠਾ ਜੀ ਜਾਂ ਰਾਮਦਾਸ ਕਰਕੇ ਬੁਲਾਇਆ ਜਾਂਦਾ ਸੀ। ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਪਾ ਕੇ ਭਾਈ ਜੇਠਾ ਜੀ ਲਾਹੌਰ ਅਤੇ ਬਾਦਸ਼ਾਹ ਦੇ ਦਰਬਾਰ ਵਿੱਚ ਗੁਰੂ ਘਰ ਦੇ ਵਿਰੋਧੀਆਂ ਦੇ ਸਵਾਲਾਂ ਦੇ ਸਹੀ ਜਵਾਬ ਦੇ ਕੇ ਸਭ ਨੂੰ ਨਿਰਉੱਤਰ ਕਰ ਦਿੱਤਾ। ਭਾਈ ਜੇਠਾ ਜੀ ਨੇ ਗੁਰੂ ਜੀ ਦਾ ਆਸ਼ੀਰਵਾਦ ਪਾ ਕੇ ਲਾਹੌਰ ਜਾ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਗੁਰੂ ਘਰ ਦੇ ਵਿਰੋਧੀਆਂ ਦੇ ਸਵਾਲਾਂ ਦਾ ਸਹੀ ਜਵਾਬ ਦੇ ਕੇ ਸਭ ਨੂੰ ਨਿਰਉੱਤਰ ਕਰ ਦਿੱਤਾ। ਇਸ ਤੋਂ ਬਾਅਦ ਰਾਮਦਾਸ ਜੀ ਇੱਕ ਰਾਤ ਆਪਣੇ ਘਰ ਠਹਿਰੇ। ਸਵੇਰ ਹੋਈ ਤਾਂ ਜਦ ਉਹ ਗੋਬਿੰਦਵਾਲ ਜਾਣ ਵਾਸਤੇ ਬਾਜ਼ਾਰ ਵਿੱਚੋਂ ਦੀ ਲੰਘ ਰਹੇ ਸਨ, ਤਾਂ ਉੱਥੇ ਬੜੇ ਕੀਮਤੀ ਕੱਪੜੇ ਵਿਕ ਰਹੇ ਸਨ। ਅਤੀ ਸੁੰਦਰ ਕੱਪੜੇ ਦੇਖ ਕੇ ਮਨ ਵਿੱਚ ਸੋਚਿਆ ਕਿ ਇਹ ਕੱਪੜੇ ਗੁਰੂ ਜੀ ਦੇ ਪਾਉਣ ਯੋਗ ਹਨ, ਪਰ ਉਹਨਾਂ ਦੀ ਕੀਮਤ ਬਹੁਤ ਜ਼ਿਆਦਾ ਸੀ। ਇਸ ਲਈ ਉਹ ਖਰੀਦ ਵੀ ਨਹੀਂ ਸਕਦੇ ਸਨ ਅਤੇ ਛੱਡ ਵੀ ਨਹੀਂ ਸਕਦੇ ਸਨ। ਉਹਨਾਂ ਨੇ ਆਪਣੇ ਮਨ ਵਿੱਚ ਪ੍ਰੇਮ ਧਾਰ ਕੇ ਸੁਰਤ ਨਾਲ ਹੀ ਕੱਪੜੇ ਖਰੀਦੇ, ਸੁਰਤ ਨਾਲ ਹੀ ਦਰਜੀ ਕੋਲੋਂ ਕੱਪੜੇ ਸਿਲਵਾਏ, ਸੁਰਤ ਨਾਲ ਹੀ ਗੁਰੂ ਜੀ ਨੂੰ ਪ੍ਰੇਮ ਭੇਟਾ ਕਰਕੇ ਪਹਿਨਾ ਦਿੱਤੇ। ਉਧਰ ਗੋਇੰਦਵਾਲ ਵਿਖੇ ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਰਾਮਦਾਸ ਜੀ ਦੇ ਪ੍ਰੇਮ ਨੂੰ ਜਾਣ ਕੇ ਕਦੀ ਹੱਥਾਂ ਨੂੰ ਉੱਚਾ ਕਰਦੇ ਹਨ, ਕਦੀ ਤਣੀਆਂ ਬੰਨ੍ਹਦੇ ਹਨ, ਭਾਵ ਕੁੜਤੇ ਦੇ ਬੀੜੇ ਬੰਨ੍ਹਦੇ ਹਨ, ਕਦੀ ਸਿਰ ਹਿਲਾਉਂਦੇ ਹਨ। ਇਸ ਤਰ੍ਹਾਂ ਕਿ ਜਿਸ ਤਰ੍ਹਾਂ ਉਹ ਕੱਪੜੇ ਪਹਿਨ ਰਹੇ ਹੋਣ। ਗੁਰੂ ਜੀ ਦੀ ਇਹ ਕਿਰਿਆ ਵੇਖ ਕੇ ਸਭ ਸੰਗਤ ਹੈਰਾਨ ਸੀ। ਭਾਈ ਬੱਲੂ ਜੀ ਨੇ ਸੰਗਤ ਦੀ ਗੱਲ, ਮਨ ਦੀ ਗੱਲ ਨੂੰ ਜਾਣਦਿਆਂ ਹੋਇਆਂ ਗੁਰੂ ਜੀ ਨੂੰ ਬੇਨਤੀ ਕੀਤੀ, ਹੇ ਗੁਰੂ ਜੀ, ਸਾਰੀ ਸੰਗਤ ਜਾਣਨਾ ਚਾਹੁੰਦੀ ਹੈ ਕਿ ਇਹ ਆਪ ਜੀ ਦੀ ਕੀ ਲੀਲਾ ਹੈ। ਗੁਰੂ ਜੀ ਨੇ ਕਿਹਾ, ਰਾਮਦਾਸ ਇਸ ਵੇਲੇ ਲਾਹੌਰ ਦੇ ਬਾਜ਼ਾਰ ਵਿੱਚ ਖੜਾ ਹੈ
ਅਤੇ ਸਾਨੂੰ ਸੁਰਤ ਨਾਲ ਹੀ ਕੱਪੜੇ ਪਹਿਨਾ ਰਿਹਾ। ਅਸੀਂ ਉਸ ਦੇ ਦਿੱਤੇ ਹੋਏ ਕੱਪੜੇ ਪਹਿਨ ਰਹੇ ਹਾਂ। ਇਹ ਸੁਣ ਕੇ ਸਭ ਸੰਗਤ ਨੇ ਧੰਨ ਧੰਨ ਕਿਹਾ। ਫਿਰ ਇੱਕ ਹੋਰ ਦੂਜਾ ਪ੍ਰਮਾਣ, ਭਾਈ ਜੇਠਾ ਜੀ ਨੇ ਸਤਿਗੁਰੂ ਜੀ ਨੂੰ ਸੁਰਤ ਦੇ ਨਾਲ ਅੰਬ ਕਿਵੇਂ ਭੇਟ ਕੀਤਾ। ਫਿਰ ਭਾਈ ਜੇਠਾ ਜੀ ਹੋਰ ਬਾਜ਼ਾਰ ਵਿੱਚ ਅੱਗੇ ਗਏ ਤਾਂ ਉੱਥੇ ਬਗੈਰ ਰੁੱਤ ਤੋਂ ਹੀ ਅੰਬ ਵਿਕ ਰਹੇ ਸਨ। ਸੋਚਿਆ ਕਿ ਇਹ ਫਲ ਗੁਰੂ ਜੀ ਦੇ ਖਾਣ ਦੇ ਯੋਗ ਹੈ। ਦੁਕਾਨਦਾਰ ਤੋਂ ਪੁੱਛਿਆ ਕਿ ਇਸ ਫਲ ਦਾ ਮੁੱਲ ਕੀ ਹੈ। ਉਸਨੇ ਕਿਹਾ ਕਿ ਇਸ ਫਲ ਦਾ ਮੁੱਲ 1 ਰੁਪਈਆ ਹੈ। ਤਾਂ ਰਾਮਦਾਸ ਜੀ ਨੇ 1 ਰੁਪਈਆ ਦੇ ਕੇ ਅੰਬ ਖਰੀਦ ਲਿਆ ਅਤੇ ਗੋਬਿੰਦਵਾਲ ਦੇ ਰਸਤੇ ਪੈ ਗਏ। ਰਸਤੇ ਵਿੱਚ ਉਹਨਾਂ ਨੇ ਇੱਕ ਪਿੰਡ ਵਿੱਚ ਰਾਤ ਬਤੀਤ ਕੀਤੀ। ਦੂਸਰੇ ਦਿਨ ਉਹ ਚਲਦੇ ਚਲਦੇ ਜਦ ਭੈਰੋਵਾਲ ਪਿੰਡ ਪਹੁੰਚੇ, ਜੋ ਗੋਬਿੰਦਵਾਲ ਤੋਂ ਜ਼ਿਆਦਾ ਦੂਰ ਨਹੀਂ ਸੀ ਪਰ ਕਾਫੀ ਦੂਰ ਸੀ, ਜਿੱਥੇ ਉਹਨਾਂ ਦਾ ਪਹੁੰਚਣ ਵਿੱਚ ਬਹੁਤ ਦੇਰ ਲੱਗਦੀ ਸੀ। ਪਰ ਹੱਥਾਂ ਦੀ ਗਰਮੀ ਨਾਲ ਜਾਂ ਕੱਪੜੇ ਦੇ ਪੱਲੇ ਬੰਨਿਆ ਹੋਇਆ ਹੋਣ ਕਰਕੇ ਉਸ ਅੰਬ ਦਾ ਰਸ ਚੌਂ ਕੇ ਬਾਹਰ ਆ ਗਿਆ, ਜੋ ਧਰਤੀ ਉੱਤੇ ਡੁੱਲਣ ਲੱਗਾ। ਇਹ ਦੇਖ ਕੇ ਰਾਮਦਾਸ ਜੀ ਨੂੰ ਬਹੁਤ ਦੁੱਖ ਹੋਇਆ ਅਤੇ ਸੋਚਣ ਲੱਗੇ ਕਿ ਹੁਣ ਇਹ ਅੰਬ ਗੁਰੂ ਜੀ ਪਾਸ ਨਹੀਂ ਪਹੁੰਚੇਗਾ, ਰਸਤੇ ਵਿੱਚ ਹੀ ਖਰਾਬ ਹੋ ਜਾਣਾ। ਫਿਰ ਰਾਮਦਾਸ ਜੀ ਨੇ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ, ਹੇ ਪ੍ਰਭੂ ਜੀ, ਇਹ ਫਲ ਆਪ ਜੀ ਵਾਸਤੇ ਲਿਆਂਦਾ ਸੀ। ਬਿਨ ਰੁੱਤਾ ਹੋਣ ਕਰਕੇ ਫਿਸ ਗਿਆ ਅਤੇ ਇਸ ਦਾ ਸਾਰਾ ਰਸਾ ਨਿਕਲ ਗਿਆ। ਇਹ ਹੁਣ ਗੋਬਿੰਦਵਾਲ ਆਪ ਜੀ ਦੇ ਚਰਨਾਂ ਵਿੱਚ ਨਹੀਂ ਪਹੁੰਚੇਗਾ। ਸੋ ਇਸ ਨੂੰ ਪ੍ਰਵਾਨ ਕਰਕੇ ਆਪ ਜੀ ਆਪਣੇ ਮੁਖ ਵਿੱਚ ਪਾ ਲਵੋ ਅਤੇ ਮੇਰੀ ਖਾਹਿਸ਼ ਪੂਰੀ ਕਰੋ। ਇਸ ਤਰ੍ਹਾਂ ਕਹਿ ਕੇ ਰਾਮਦਾਸ ਜੀ ਨੇ ਉਹ ਅੰਬ ਆਪ ਹੀ ਚੂਪ ਲਿਆ। ਉਧਰ ਸ੍ਰੀ ਗੁਰੂ ਰਾਮਦਾਸ ਜੀ ਸਵਾਦ ਲੈ ਲੈ ਕੇ ਘੁੱਟਾਂ ਭਰ ਭਰ ਕੇ ਅੰਬ ਚੂਸਣ ਵਾਂਗ ਸੁੜਾਕੇ ਮਾਰ ਰਹੇ ਸਨ। ਗੁਰੂ ਜੀ ਨੇ ਅੰਬ ਦੀ ਗਿੜਕ ਕਾਫੀ ਦੇਰ ਤੱਕ ਆਪਣੇ ਮੂੰਹ ਵਿੱਚ ਰੱਖੀ। ਫਿਰ ਮੂੰਹ ਵਿੱਚੋਂ ਗਿੜਕ ਕੱਢ ਕੇ ਭਾਈ ਬੱਲੂ ਜੀ ਨੂੰ ਕਿਹਾ ਕਿ ਇਸ ਨੂੰ ਇੱਕ ਬਾਰੀ ਵਿੱਚ ਰੱਖ ਦਿਓ, ਇਸ ਨੂੰ ਇੱਕ ਵਾਰ ਹੋਰ ਖਾਵਾਂਗੇ ਅਸੀਂ। ਭਾਈ ਬੱਲੂ ਜੀ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਉਹ ਗਿੜਕ ਸਤਿਗੁਰੂ ਜੀ ਪਾਸੋਂ ਫੜੀ ਅਤੇ ਬਾਰੀ ਵਿੱਚ ਰੱਖ ਦਿੱਤੀ। ਕੁਝ ਸਮੇਂ ਬਾਅਦ ਰਾਮਦਾਸ ਜੀ ਗੋਬਿੰਦਵਾਲ ਸਾਹਿਬ ਦਰਬਾਰ ਵਿੱਚ ਪਹੁੰਚੇ ਤੇ ਚਰਨ ਕਮਲਾਂ ਦੇ ਭੌਰੇ ਹੋ ਕੇ ਦੌੜ ਕੇ ਭੱਜ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਜਾ ਲਿਪਟੇ ਤੇ ਨਮਸਕਾਰ ਕੀਤੀ। ਸਤਿਗੁਰੂ ਜੀ ਨੇ ਬਾਂਹ ਫੜ ਕੇ ਪ੍ਰੇਮ ਦੇ ਨਾਲ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾਇਆ, ਸਨਮਾਨ ਵਾਸਤੇ ਖੜੇ ਹੋ ਗਏ, ਮਾਨੋ ਕਿ ਪ੍ਰੇਮ ਦੀ ਹੱਦ ਹੀ ਨਾ ਹੋਵੇ, ਪ੍ਰੇਮ ਦੀ ਹੱਦ ਹੀ ਹੋ ਗਈ ਹੋਵੇ। ਗੁਰੂ ਜੀ ਨੇ ਪੁੱਛਿਆ ਕਿ ਰਾਮਦਾਸ, ਬਾਦਸ਼ਾਹ ਦਾ ਬਿਰਤਾਂਤ ਸੁਣਾਓ। ਬ੍ਰਾਹਮਣ ਖੱਤਰੀ ਕੀ ਕਹਿੰਦੇ ਸੀ ਅਤੇ ਤੁਸੀਂ ਮੋੜਵਾਂ ਜਵਾਬ ਕੀ ਦਿੱਤਾ ਸੀ? ਰਾਮਦਾਸ ਜੀ ਨੇ ਹੱਥ ਜੋੜ ਕੇ ਸਾਰਾ ਬਿਰਤਾਂਤ ਸੁਣਾ ਦਿੱਤਾ। ਕਹਿੰਦੇ, ਹੇ ਪ੍ਰਭੂ ਜੀ, ਹੇ ਗੁਰੂ ਜੀ, ਕੁਝ ਜਾਣਿਆ ਨਹੀਂ ਜਾ ਸਕਦਾ। ਉਹ ਮੇਰੇ ਪਾਸੋਂ ਗਾਇਤਰੀ ਪਾਠ ਸੁਣਨਾ ਚਾਹੁੰਦੇ ਸਨ।
ਸਾਰੇ ਮਨੁੱਖਾਂ ਤੇ ਬਾਦਸ਼ਾਹ ਨੇ ਵੀ ਕਿਹਾ ਕਿ ਗਾਇਤਰੀ ਦਾ ਪਾਠ ਸੁਣਾਓ, ਪਰ ਮੈਂ ਤਾਂ ਕੁਝ ਵੀ ਨਹੀਂ ਜਾਣਦਾ ਸੀ। ਫੇਰ ਮੈਂ ਆਪ ਜੀ ਦਾ ਬਚਨ ਮੰਨ ਕੇ ਜਦ ਆਪਣੀ ਸੱਜੀ ਬਾਂਹ ਵੱਲ ਦੇਖਿਆ ਤਾਂ ਮੈਨੂੰ ਗਾਇਤਰੀ ਮੰਤਰ ਬਾਰੇ ਸਾਰੀ ਜਾਣਕਾਰੀ ਆ ਗਈ ਅਤੇ ਮੇਰੇ ਮਨ ਵਿੱਚ ਸਭ ਕੁਝ ਫੁਰਨ ਲੱਗਾ। ਜਦ ਪਹਿਲਾਂ ਮੈਂ ਇੱਕ ਓਂਕਾਰ ਸੁਣਾਇਆ ਸਾਰੇ ਦਰਬਾਰ ਦੇ ਵਿੱਚ, ਤਾਂ ਸਾਰੇ ਚੁੱਪ ਹੋ ਗਏ ਇੱਕ ਓਂਕਾਰ ਸੁਣ ਕੇ, ਅਤੇ ਕੋਈ ਬੋਲ ਹੀ ਨਾ ਸਕਿਆ। ਫੇਰ ਮੈਂ ਆਪ ਜੀ ਦੀ ਮਿਹਰ ਨਾਲ ਗਾਇਤਰੀ ਮੰਤਰ ਬੋਲ ਕੇ ਉਸ ਦੇ ਡੂੰਘੇ ਅਰਥ ਸੁਣਾਏ, ਜਿਸ ਦਾ ਕਿਸੇ ਕੋਲ ਵੀ ਕੋਈ ਜਵਾਬ ਨਹੀਂ ਸੀ। ਅਤੇ ਫਿਰ ਮੈਂ ਬਾਦਸ਼ਾਹ ਦੇ ਦਰਬਾਰ ਵਿੱਚ ਸਿੱਖੀ ਪ੍ਰਗਟ ਕੀਤੀ, ਗੁਰਮਤਿ ਮਰਜ਼ਾਦਾ ਸਿੱਖੀ ਬਾਰੇ ਜਾਣਕਾਰੀ ਸੁਣਾਈ। ਇਹ ਸੁਣ ਕੇ ਬਾਦਸ਼ਾਹ ਨੇ ਸਭ ਨੂੰ ਝਾੜ ਪਾਈ। ਇਹ ਸਾਰੀ ਵਾਰਤਾ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਰਾਮਦਾਸ ਜੀ ਨੂੰ ਸ਼ੁਭ ਅਸ਼ੀਰਵਾਦ ਦਿੱਤਾ। ਫਿਰ ਗੁਰੂ ਜੀ ਨੇ ਕਿਹਾ, ਰਾਮਦਾਸ, ਤੂੰ ਐਡੇ ਵੱਡੇ ਸ਼ਹਿਰ ਵਿੱਚ ਗਿਆ ਸੀ ਅਤੇ ਸਾਡੇ ਵਾਸਤੇ ਕੀ ਲੈ ਕੇ ਆਇਆ? ਰਾਮਦਾਸ ਜੀ ਨੇ ਹੱਥ ਜੋੜ ਕੇ ਕਿਹਾ, ਹੇ ਗੁਰੂ ਜੀ, ਆਪ ਜੀ ਸਭ ਕੁਝ ਜਾਣਦੇ ਹੋ ਕਿ ਬਿਨਾਂ ਖਰੀਦੇ ਤੋਂ ਹੀ ਮੈਂ ਆਪ ਜੀ ਨੂੰ ਸੁਰਤੀ ਦੇ ਨਾਲ ਕਿਵੇਂ ਵਸਤਰ ਪਹਿਨਾਏ ਸੀ। ਫਿਰ ਬਾਜ਼ਾਰ ਵਿੱਚੋਂ ਬਿਨਾਂ ਰੁੱਤ ਦਾ ਸੁੰਦਰ ਤੇ ਮਿੱਠਾ ਅੰਬ ਆਪ ਜੀ ਵਾਸਤੇ ਖਰੀਦਿਆ ਸੀ, ਜੋ ਭੈਰੋਵਾਲ ਪਿੰਡ ਤੱਕ ਪਹੁੰਚਦਿਆਂ ਹੀ ਫਿਸ ਗਿਆ ਅਤੇ ਉਸ ਦਾ ਸਾਰਾ ਰਸਾ ਨਿਕਲ ਕੇ ਧਰਤੀ ਉੱਤੇ ਡਿੱਗਣ ਲੱਗਾ। ਆਪ ਜੀ ਨੂੰ ਅਰਪਣ ਕਰਨ ਹਿੱਤ ਮੈਂ ਆਪ ਜੀ ਦਾ ਧਿਆਨ ਧਰ ਕੇ ਉਹ ਅੰਬ ਆਪਣੇ ਹੀ ਮੁੱਖ ਵਿੱਚ ਪਾ ਲਿਆ। ਹੇ ਸਤਿਗੁਰੂ ਜੀ, ਮੈਨੂੰ ਪੂਰਨ ਸ਼ਰਧਾ ਹੈ, ਪੂਰਨ ਵਿਸ਼ਵਾਸ ਹੈ ਕਿ ਜੋ ਸ਼ਰਧਾਲੂ ਆਪ ਜੀ ਨੂੰ ਕੋਈ ਵਸਤੂ ਸ਼ਰਧਾ ਨਾਲ ਭੇਟ ਕਰਦੇ ਹਨ ਜਾਂ ਖਾਣ ਵਾਲੀ ਵਸਤੂ ਦਾ ਆਪ ਜੀ ਨੂੰ ਭੋਗ ਲਵਾਉਂਦੇ ਹਨ, ਤਾਂ ਆਪ ਜੀ ਉਹਨਾਂ ਵਸਤੂਆਂ ਨੂੰ ਜ਼ਰੂਰ ਭੋਗਦੇ ਹੋ। ਇਹ ਮੇਰਾ ਵਿਸ਼ਵਾਸ ਹੈ, ਮੇਰੀ ਸ਼ਰਧਾ ਹੈ। ਗੁਰੂ ਜੀ ਨੇ ਪ੍ਰੇਮ ਵਿੱਚ ਮਗਨ ਹੋ ਕੇ ਕਿਹਾ, ਹੇ ਰਾਮਦਾਸ, ਜਿਹੜਾ ਮਿੱਠਾ ਤੇ ਰਸ ਭਰਿਆ ਅੰਬ ਤੁਸੀਂ ਮੇਰੇ ਲਈ ਲਿਆਏ ਸੀ ਨਾ, ਉਹ ਅਸੀਂ ਛਕ ਲਿਆ ਹੈ ਅਤੇ ਉਸ ਦੀ ਗਿੜਕ ਸਾਡੇ ਕੋਲ ਹਾਲੇ ਵੀ ਪਈ ਹੈ। ਫਿਰ ਭਾਈ ਬੱਲੂ ਜੀ ਨੇ ਗੁਰੂ ਜੀ ਦੇ ਕਹਿਣ ਉੱਤੇ ਉਹ ਗਿੜਕ ਸਾਰੀ ਸੰਗਤ ਨੂੰ ਵਿਖਾਈ। ਰਾਮਦਾਸ ਜੀ ਅਤੇ ਸਾਰੀ ਸੰਗਤ ਇਹ ਗਿੜਕ ਦੇਖ ਕੇ ਹੈਰਾਨ ਹੋਏ ਅਤੇ ਵਿਚਾਰਨ ਲੱਗੇ ਕਿ ਸਤਿਗੁਰੂ ਜੀ ਹਮੇਸ਼ਾ ਹੀ ਪ੍ਰੇਮ ਦੇ ਅਧੀਨ ਰਹਿੰਦੇ ਹਨ। ਫਿਰ ਸਭ ਲੋਕ ਮੱਥਾ ਟੇਕਦੇ ਹੋਏ ਸੋਚਦੇ ਹਨ ਕਿ ਗੁਰੂ ਜੀ ਦੀ ਲੀਲਾ ਜਾਣੀ ਨਹੀਂ ਜਾ ਸਕਦੀ। ਗੁਰੂ ਜੀ ਆਪ ਪਾਰ ਬ੍ਰਹਮ ਹਨ, ਸਿੱਖਾਂ ਦੇ ਹਿੱਤ ਵਾਸਤੇ ਅਚਰਜ ਕੌਤਕ ਵਿਖਾਉਂਦੇ ਹਨ ਅਤੇ ਸਦਾ ਹੀ ਆਪਣੇ ਆਪ ਨੂੰ ਆਪਣੇ ਪ੍ਰੇਮੀ ਸਿੱਖਾਂ ਦੇ ਵੱਸ ਜਣਾਉਂਦੇ ਹਨ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੀ ਭਾਈ ਜੇਠਾ ਜੀ ਨੇ, ਭਾਵ ਰਾਮਦਾਸ ਜੀ ਨੇ, ਭਾਵ ਬਾਅਦ ਵਿੱਚ ਬਣੇ ਚੌਥੇ ਗੁਰੂ ਰਾਮਦਾਸ ਜੀ ਨੇ ਆਪਣੇ ਪਿਆਰੇ ਗੁਰੂ ਦੀ ਸੁਰਤ ਦੇ ਨਾਲ ਸੇਵਾ ਕੀਤੀ, ਵਸਤਰ ਪਹਿਨਾਏ, ਸਤਿਗੁਰੂ ਜੀ ਨੂੰ ਅੰਬ ਛਕਾਇਆ। ਸੋ ਆਪਣੇ ਗੁਰੂ ਦੀ ਸੁਰਤ ਦੇ ਨਾਲ ਸੇਵਾ ਕਰਨੀ ਇਸ ਨੂੰ ਕਹਿੰਦੇ ਆ।
ਅੰਦਰ ਭਾਵਨਾ ਹੋਵੇ, ਸ਼ਰਧਾ ਹੋਵੇ, ਸਤਿਗੁਰੂ ਜੀ ਸਭ ਪ੍ਰਵਾਨ ਕਰਦੇ ਆ। ਜੋ ਪ੍ਰੇਮ ਨਾਲ ਭੇਟ ਕੀਤਾ ਜਾਂਦਾ, ਸੁਰਤ ਨਾਲ ਭੇਟ ਕੀਤਾ ਜਾਂਦਾ। ਅੱਗੇ ਇੱਕ ਹੋਰ ਪ੍ਰਮਾਣ ਸਰਵਣ ਕਰਦੇ ਹਾਂ ਕਿ ਗੁਰੂ ਜੀ ਨੇ ਸਭ ਦਾ ਭੋਜਨ ਕਿਵੇਂ ਪ੍ਰਵਾਨ ਕੀਤਾ। ਗੁਰੂ ਜੀ ਸਾਡੇ ਸਾਰਿਆਂ ਦੇ ਭੋਜਨ ਨੂੰ ਕਿਵੇਂ ਪ੍ਰਵਾਨ ਕਰਦੇ ਹਨ। ਜਿਹੜਾ ਅਸੀਂ ਭੋਗ ਲਵਾਉਂਦੇ ਨਾ ਪ੍ਰਸ਼ਾਦੇ ਨੂੰ, ਆਪਣੇ ਘਰਾਂ ਦੇ ਵਿੱਚ ਬਹੁਤ ਸਾਰੇ ਪ੍ਰੇਮੀ 2 ਟਾਈਮ ਜਾਂ 1 ਟਾਈਮ ਪ੍ਰਸ਼ਾਦੇ ਦਾ ਭੋਗ ਲਵਾਉਂਦੇ ਆ। ਗੁਰੂ ਕੇ ਲੰਗਰਾਂ ਦੇ ਵਿੱਚ ਲੰਗਰ ਛਕਾਉਣ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਪ੍ਰਸ਼ਾਦੇ ਦਾ ਭੋਗ ਲੱਗਦਾ। ਕਈ ਥਾਵਾਂ 'ਤੇ ਦੋਵੇਂ ਟਾਈਮ ਰੋਜ਼ ਹੀ ਪ੍ਰਸ਼ਾਦੇ ਦਾ ਭੋਗ ਲੱਗਦਾ ਸਤਿਗੁਰੂ ਜੀ ਨੂੰ। ਗੁਰੂ ਜੀ ਕਿਵੇਂ ਪ੍ਰਵਾਨ ਕਰਦੇ ਹਨ, ਸਰਵਣ ਕਰੀਏ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਅਮਰਦਾਸ ਜੀ ਬਿਰਧ ਸਰੀਰ ਹੋਣ ਕਰਕੇ ਆਪਣੇ ਭੋਜਨ ਵਿੱਚ ਹਮੇਸ਼ਾ ਦਲੀਆ ਖਿਚੜੀ ਹੀ ਖਾਂਦੇ ਸਨ। ਇੱਕ ਵਾਰ ਲੰਗਰ ਦੀ ਪੰਗਤ ਵਿੱਚ ਬੈਠਿਆਂ ਹੀ ਸੇਵਕ ਸਿੱਖਾਂ ਨੇ ਬੇਨਤੀ ਕੀਤੀ ਕਿ ਹੇ ਗੁਰੂ ਜੀ, ਸਾਰੇ ਸਿੱਖ ਸੇਵਕ ਤੇ ਸੰਗਤ ਲੰਗਰ ਵਿੱਚ ਕਈ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਛਕਦੇ ਹਨ, ਪਰ ਤੁਸੀਂ ਸਿਰਫ ਦਲੀਆ ਖਿਚੜੀ ਤੇ ਦਹੀਂ ਹੀ ਖਾਂਦੇ ਹੋ। ਇਸ ਲਈ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਅਸੀਂ ਸਾਰੇ ਵੀ ਦਲੀਆ ਖਿਚੜੀ ਹੀ ਖਾਇਆ ਕਰਾਂਗੇ। ਤੁਸੀਂ ਹਮੇਸ਼ਾ ਦਲੀਆ ਖਿਚੜੀ ਛਕਦੇ ਹੋ ਤੇ ਅਸੀਂ ਲੰਗਰ ਦੇ ਵਿੱਚ ਕਈ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਛਕਦੇ ਹਾਂ ਸਤਿਗੁਰੂ ਜੀ। ਸੋ ਇਸ ਲਈ ਅਸੀਂ ਵੀ ਅੱਜ ਤੋਂ ਇਹ ਫੈਸਲਾ ਕਰ ਲਿਆ ਕਿ ਅੱਜ ਤੋਂ ਅਸੀਂ ਵੀ ਦਲੀਆ ਖਿਚੜੀ ਹੀ ਖਾਇਆ ਕਰਾਂਗੇ। ਇਹ ਸੁਣ ਕੇ ਗੁਰੂ ਜੀ ਨੇ ਬੜੇ ਹੀ ਪ੍ਰੇਮ ਨਾਲ ਸਾਰੀ ਸੰਗਤ ਨੂੰ ਬਚਨ ਕੀਤਾ। ਕਹਿੰਦੇ ਤੁਹਾਨੂੰ ਸਾਰਿਆਂ ਨੂੰ ਦਲੀਆ ਖਿਚੜੀ ਖਾਣ ਦੀ ਜ਼ਰੂਰਤ ਨਹੀਂ ਆ, ਕਿਉਂਕਿ ਅਸੀਂ ਦਲੀਆ ਖਿਚੜੀ ਤੋਂ ਬਿਨਾਂ ਕਈ ਪ੍ਰਕਾਰ ਦੇ ਹੋਰ ਭੋਜਨ ਵੀ ਛਕਦੇ ਹਾਂ। ਜਦੋਂ ਤੁਸੀਂ ਗੁਰੂ ਦਾ ਨਾਮ ਲੈ ਕੇ ਜਾਂ ਇੱਕ ਓਂਕਾਰ ਕਹਿ ਕੇ ਜਾਂ ਵਾਹਿਗੁਰੂ ਕਹਿ ਕੇ, ਸਤਿ ਕਰਤਾਰ ਕਹਿ ਕੇ ਆਪਣੀ ਪਹਿਲੀ ਗਰਾਸ ਆਪਣੇ ਮੂੰਹ ਵਿੱਚ ਪਾਉਂਦੇ ਹੋ, ਤਾਂ ਉਹ ਗਰਾਸ ਸਾਡੇ ਕੋਲ ਪਹੁੰਚ ਜਾਂਦੀ ਹੈ। ਜੇ ਸ਼ੰਕਾ ਹੈ ਤਾਂ ਤੁਸੀਂ ਦੇਖ ਸਕਦੇ ਹੋ। ਇਸ ਤਰ੍ਹਾਂ ਫਿਰ ਗੁਰੂ ਜੀ ਨੇ ਭੋਜਨ ਛਕਣ ਤੋਂ ਬਾਅਦ ਚੂਲਾ ਕੀਤਾ ਅਤੇ ਆਪਣੇ ਮੂੰਹ ਦਾ ਪਾਣੀ ਆਪਣੀ ਹੱਥ ਦੀ ਤਲੀ ਉੱਤੇ ਰੱਖ ਕੇ ਸਾਰੀ ਸੰਗਤ ਨੂੰ ਦਿਖਾਇਆ। ਸਾਰੀ ਸੰਗਤ ਨੇ ਦੇਖਿਆ ਕਿ ਉਸ ਚੂਲੇ ਵਾਲੇ ਪਾਣੀ ਵਿੱਚ ਹਰ ਤਰ੍ਹਾਂ ਦੇ ਭੋਜਨ ਦੇ ਨਿੱਕੇ ਨਿੱਕੇ ਅਣੂ ਸਨ। ਦਾਲ, ਚਾਵਲ, ਸਬਜ਼ੀ, ਖੀਰ, ਹੋਰ ਫਲ, ਹੋਰ ਮੇਵੇ ਜੋ ਲੰਗਰ ਵਿੱਚ ਵਰਤਦੇ ਸਨ। ਸਾਰੀਆਂ ਵਸਤੂਆਂ ਦੇ ਨਿੱਕੇ ਨਿੱਕੇ ਅਣੂ ਸਤਿਗੁਰੂ ਜੀ ਦੇ ਚੂਲੇ ਵਾਲੇ ਪਾਣੀ ਦੇ ਵਿੱਚ ਸਨ, ਜੋ ਸਤਿਗੁਰੂ ਜੀ ਨੇ ਆਪਣੇ ਮੂੰਹ ਵਿੱਚੋਂ ਚੂਲੇ ਦਾ ਪਾਣੀ ਕੱਢ ਕੇ ਆਪਣੀ ਹੱਥ ਦੀ ਤਲੀ ਉੱਤੇ ਕਰਕੇ ਸਾਰੀ ਸੰਗਤ ਨੂੰ ਵਿਖਾਇਆ। ਇਹ ਦੇਖ ਕੇ ਸਾਰੀ ਸੰਗਤ ਧੰਨ ਗੁਰੂ ਕਹਿਣ ਲੱਗੀ। ਸੋ ਸੰਗਤ ਜੀ, ਇਸ ਤਰ੍ਹਾਂ ਕੋਈ ਵੀ ਮਨੁੱਖ ਨਾਮ ਸਿਮਰਨ ਦੀ ਕਮਾਈ ਕਰਕੇ ਅਤੇ ਗੁਰੂ ਘਰ ਦੀ ਸੇਵਾ ਕਰਕੇ ਸੁਰਤ ਤੇ ਧਿਆਨ ਦੇ ਰਾਹੀਂ ਗੁਰੂ ਦੀ ਸੇਵਾ ਕਰ ਸਕਦਾ। ਨਾਮ ਸਿਮਰਨ ਕਰਕੇ, ਗੁਰੂ ਘਰ ਦੀ ਸੇਵਾ ਕਰਕੇ ਫਿਰ ਉਹ ਸੁਰਤ ਤੇ ਧਿਆਨ ਦੇ ਰਾਹੀਂ ਗੁਰੂ ਦੀ ਸੇਵਾ ਕਰ ਸਕਦਾ। ਗੁਰੂ ਜੀ ਨੂੰ ਭੇਟਾ ਅਰਪਣ ਕਰ ਸਕਦਾ, ਗੁਰੂ ਜੀ ਨੂੰ ਭੋਜਨ ਛਕਾ ਸਕਦਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਉਸ ਦੀ ਸ਼ਰਧਾ ਅਤੇ ਨਾਮ ਦੀ ਕਮਾਈ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਉਹ ਆਪਣੇ ਗੁਰੂ ਇਸ਼ਟ ਦੇਵ ਨਾਲ
ਗੱਲਾਂ ਬਾਤਾਂ ਵੀ ਕਰਨ ਲੱਗ ਜਾਂਦਾ। ਬਹੁਤ ਸਾਰੇ ਗੁਰਸਿੱਖ ਦੇਖਿਆ ਕਿ ਆਪਣੇ ਗੁਰੂ ਦੇ ਨਾਲ ਗੱਲਾਂ ਬਾਤਾਂ ਕਰ ਲੈਂਦੇ ਹਨ, ਆਪਣੀਆਂ ਵਸਤੂਆਂ ਗੁਰੂ ਜੀ ਨੂੰ ਭੇਟ ਕਰ ਦਿੰਦੇ ਹਨ, ਆਪਣੇ ਵੱਲੋਂ ਭੇਟ ਕੀਤਾ ਹੋਇਆ ਭੋਜਨ ਸਤਿਗੁਰੂ ਜੀ ਨੂੰ ਛਕਾ ਦਿੰਦੇ ਹਨ। ਬਹੁਤ ਥਾਵਾਂ ਤੇ ਦੇਖਿਆ, ਬਹੁਤ ਸ਼ਰਧਾਵਾਨ ਸਿੱਖ ਦੇਖਿਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਜੇ ਸਾਡੇ ਅੰਦਰ ਸ਼ਰਧਾ ਭਾਵਨਾ ਹੋਵੇ ਸਤਿਗੁਰੂ ਜੀ ਦੇ ਪ੍ਰਤੀ, ਆਪਣੇ ਗੁਰੂ ਦੇ ਪ੍ਰਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ ਗੁਰੂ ਮੰਨ ਕੇ ਉਸ ਨੂੰ ਹਾਜ਼ਰ ਨਾਜ਼ਰ ਮੰਨੀਏ, ਪ੍ਰਗਟ ਗੁਰਾਂ ਕੀ ਦੇਹ ਮੰਨੀਏ ਗੁਰੂ ਗ੍ਰੰਥ ਸਾਹਿਬ ਨੂੰ, ਤੇ ਇਹ ਭਾਵਨਾ, ਇਹ ਸ਼ਰਧਾ ਪੂਰਨ ਰੱਖੀਏ ਕਿ ਸਤਿਗੁਰੂ ਜੀ ਇੱਕ ਦੇਹ ਰੂਪ ਹਨ। ਤੇ ਪੁਰਾਣੇ ਸਮਿਆਂ ਦੇ ਵਿੱਚ ਦਸਾਂ ਗੁਰੂਆਂ ਦੇ ਵੇਲਿਆਂ ਵਾਂਗੂ ਸਤਿਗੁਰੂ ਜੀ ਕੀਮਤੀ ਵਸਤਰ ਪਹਿਨਦੇ ਹਨ, ਸਰਦੀਆਂ ਵਿੱਚ ਗਰਮ ਵਸਤਰ ਵੀ ਪਹਿਨਦੇ ਹਨ, ਗਰਮੀਆਂ ਦੇ ਵਿੱਚ ਪਤਲੇ ਵਸਤਰ ਵੀ ਪਹਿਨਦੇ ਹਨ। ਉਹਨਾਂ ਨੂੰ ਹਵਾਦਾਰ ਖੁੱਲ੍ਹੇ ਕਮਰਿਆਂ ਦੀ ਲੋੜ ਹੈ, ਉਹਨਾਂ ਨੂੰ ਅੱਜ ਦੇ ਸਮੇਂ ਅਨੁਸਾਰ ਪੱਖੇ ਦੀ ਲੋੜ ਹੈ, ਏਸੀ ਦੀ ਲੋੜ ਹੈ। ਜਿਹੜੀਆਂ ਚੀਜ਼ਾਂ ਅਸੀਂ ਆਪਣੇ ਵਾਸਤੇ ਇਸਤੇਮਾਲ ਕਰਦੇ ਹਨ ਉਹ ਸਾਰੀਆਂ ਹੀ ਗੁਰੂ ਦੀ ਭੇਟ ਕਰਕੇ ਗੁਰੂ ਜੀ ਵਰਤਨ, ਆਪਾਂ ਭੇਟ ਕਰੀਏ ਤਾਂ ਗੁਰੂ ਜੀ ਵਰਤਨ। ਅਸੀਂ ਕਹਿ ਦਿੰਦੇ ਜੀ ਗੁਰੂ ਨੂੰ ਪੱਖੇ ਦੀ ਕੀ ਲੋੜ ਹੈ, ਗੁਰੂ ਨੂੰ ਏਸੀ ਦੀ ਕੀ ਲੋੜ ਹੈ, ਗੁਰੂ ਨੂੰ ਰਜਾਈ ਦੀ ਕੀ ਲੋੜ ਹੈ, ਗੁਰੂ ਜੀ ਨੂੰ ਕੰਬਲ ਦੀ ਕੀ ਲੋੜ ਹੈ। ਉਹ ਤਾਂ ਸ਼ਬਦ ਗੁਰੂ ਆ, ਉਹ ਗਿਆਨ ਗੁਰੂ ਹੈ। ਉਹਨਾਂ ਨੂੰ ਅਸੀਂ ਇੱਕ ਹੋਲੀ ਬੁੱਕ ਸਮਝਦੇ ਹਾਂ। ਹੋਲੀ ਬੁੱਕ ਤਾਂ ਹੈ ਹੀ, ਬਟ ਸਾਡੀ ਹੋਲੀ ਬੁੱਕ ਰਮਾਇਣ ਜਾਂ ਬਾਈਬਲ ਕੁਰਾਨ ਵਾਂਗੂ ਨਹੀਂ ਹੈ। ਸਾਡੀ ਹੋਲੀ ਬੁੱਕ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਕੀ ਦੇਹ ਹੈ। ਤੇ ਜਿਸ ਤਰ੍ਹਾਂ ਉਹ ਦਸਾਂ ਗੁਰੂਆਂ ਦੇ ਜਾਮਿਆਂ ਦੇ ਵਿੱਚ ਕੀਮਤੀ ਵਸਤਰ ਪਹਿਨਦੇ ਸਨ, ਗਰਮੀ ਸਰਦੀ ਵੇਲੇ ਉਹ ਆਪਣੇ ਸਰੀਰ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਸਨ, ਅਸੀਂ ਉਹਨਾਂ ਨੂੰ ਸੋਨਾ ਚਾਂਦੀ ਤੇ ਹੋਰ ਹੀਰੇ ਜਵਾਹਰਤ ਭੇਟ ਕਰਦੇ ਸਾਂ। ਅਸੀਂ ਉਹਨਾਂ ਨੂੰ ਕੀਮਤੀ ਵਸਤਰ ਭੇਟ ਕਰਦੇ ਸਾਂ, ਸਵਾਦਿਸ਼ਟ ਭੋਜਨ ਗੁਰੂ ਜੀ ਦੇ ਅਰਪਣ ਕਰਦੇ ਸਾਂ। ਉਸੇ ਤਰ੍ਹਾਂ ਅੱਜ ਵੀ ਸਤਿਗੁਰੂ ਜੀ ਸਾਡੇ ਕੋਲੋਂ ਉਹ ਸਾਰੀਆਂ ਵਸਤੂਆਂ ਲੈਂਦੇ ਆ, ਸਾਡੀਆਂ ਦਿੱਤੀਆਂ ਹੋਈਆਂ ਵਸਤੂਆਂ ਨੂੰ ਪ੍ਰਵਾਨ ਕਰਦੇ ਆ, ਮਹਿਸੂਸ ਕਰਦੇ ਹਨ। ਸਾਰੀਆਂ ਚੀਜ਼ਾਂ ਉਹਨਾਂ ਦੇ ਪ੍ਰਵਾਨ ਹੁੰਦੀਆਂ। ਸੋ ਸੰਗਤ ਜੀ, ਇਹ ਸਾਡੀ ਸ਼ਰਧਾ ਹੈ। ਸਾਨੂੰ ਸੁਰਤ ਦੇ ਨਾਲ ਸ਼ਰਧਾ ਭਾਵਨਾ ਕਰਕੇ ਹਰ ਵਸਤੂ ਗੁਰੂ ਜੀ ਨੂੰ ਭੇਟ ਕਰਨੀ ਚਾਹੀਦੀ ਹੈ, ਤੇ ਗੁਰੂ ਜੀ ਸਾਡੀ ਸੁਰਤ ਦੇ ਰਾਹੀਂ ਪ੍ਰੇਮ ਸਹਿਤ ਕੀਤੀ ਹੋਈ ਭੇਟਾਂ ਨੂੰ ਪ੍ਰਵਾਨ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।